ਓਸ਼ੋ ਦੇ ਲੈਕਚਰ ਕਬੀਰ ਬਾਣੀ। ਕਬੀਰ ਕਹਿੰਦੇ ਹਨ ਕਿ ਭਾਵੇਂ ਦੇਵਤਾ ਉੜਨ, ਭਾਵੇਂ ਮਨੁੱਖ, ਭਾਵੇਂ ਮੁਨੀ, ਸਾਰੇ ਉਸ ਚਾਦਰ ਨੂੰ ਮੈਲੀ ਕਰ ਦਿੰਦੇ ਹਨ। ਕਬੀਰ ਦਾ ਇਹ ਬਚਨ ਬੜਾ ਕ੍ਰਾਂਤੀਕਾਰੀ ਹੈ, ਕਿਉਂਕਿ ਕਬੀਰ ਇਹ ਕਹਿ ਰਹੇ ਹਨ ਕਿ ਤੁਸੀਂ ਜੇਕਰ ਤਿਆਗ ਵੀ ਕੀਤਾ ਤੇ ਬੇਹੋਸ਼ੀ ਨਾਲ ਕੀਤਾ ਤਾਂ ਭੋਗ ਨਾਲੋਂ ਵੱਖਰਾ ਨਹੀਂ ਹੈ। ਉਹ ਭੋਗ ਦੇ ਉਲਟ ਭਾਵੇਂ ਹੋਵੇ, ਪਰ ਭੋਗ ਤੋਂ ਵੱਖਰਾ ਨਹੀਂ ਹੈ। ਉਹਦਾ ਸੁਭਾਅ ਇੱਕ ਹੀ ਹੈ ਤੇ ਤਿਆਗੀ ਤੇ ਭੋਗੀ ਦੀ ਨਜ਼ਰ 'ਚ ਬੁਨਿਆਦੀ ਫਰਕ ਨਹੀਂ ਪੈਂਦਾ। ਭੋਗੀ ਧਨ ਦੇ ਪਿੱਛੇ ਪਾਗਲ ਹੈ, ਤਿਆਗੀ ਛੱਡਣ ਦੇ ਪਿੱਛੇ ਪਾਗਲ ਹੈ, ਪਰ ਦੋਹਾਂ ਦੀ ਨਜ਼ਰ ਧਨ 'ਤੇ ਲੱਗੀ ਹੈ। ਭੋਗੀ ਕਹਿੰਦਾ ਮੇਰੇ ਕੋਲ 10 ਕਰੋੜ ਰੁਪਏ ਹਨ, ਤਿਆਗੀ ਕਹਿੰਦਾ ਮੈਂ 10 ਕਰੋੜ ਰੁਪਏ ਤਿਆਗ ਦਿੱਤੇ ਹਨ, ਪਰ 10 ਕਰੋੜ ਦੀ ਗਿਣਤੀ ਦੋਵੇਂ ਕਰਦੇ ਹਨ। ਭੋਗੀ ਕਹਿੰਦਾ ਸੋਨਾ ਸਭ ਕੁਝ ਹੈ, ਤਿਆਗੀ ਕਹਿੰਦਾ ਸੋਨਾ ਮਿੱਟੀ ਹੈ, ਪਰ ਦੋਵੇਂ ਸੋਨੇ ਦੀ ਚਰਚਾ ਕਰਦੇ ਹਨ। ਸੋਨਾ ਜੇਕਰ ਸੱਚਮੁੱਚ ਹੀ ਮਿੱਟੀ ਹੈ ਤਾਂ ਚਰਚਾ ਕੀ ਕਰਨੀ? ਮਿੱਟੀ ਦੀ ਕੋਈ ਚਰਚਾ ਨਹੀਂ ਕਰਦਾ। ਜੇਕਰ ਸੋਨਾ ਸੱਚਮੁੱਚ ਹੀ ਮਿੱਟੀ ਹੈ ਤਾਂ ਕੀ ਚਰਚਾ? ਮਹਾਰਾਸ਼ਟਰ 'ਚ ਇੱਕ ਫਕੀਰ ਹੋਇਆ ਹੈ। ਉਸ ਫਕੀਰ ਦਾ ਨਾਂ ਸੀ ਰਾਂਕਾ। ਉਹ ਗਰੀਬ ਤਿਆਗੀ ਆਦਮੀ ਸੀ, ਲੱਕੜਾਂ ਵੱਢ ਕੇ ਵੇਚਦਾ ਸੀ, ਜੋ ਬਚ ਜਾਂਦਾ ਉਸ ਨਾਲ ਆਪਣਾ ਭੋਜਨ ਚਲਾਉਂਦਾ। ਸ਼ਾਮ ਨੂੰ ਉਹ ਵੀ ਵੰਡ ਦਿੰਦਾ ਜੋ ਬਚ ਜਾਂਦਾ। ਇੱਕ ਦਿਨ ਵਰਖਾ ਦੇਰ ਤੱਕ ਹੁੰਦੀ ਰਹੀ। ਕੁਵੇਲਾ 2-3 ਦਿਨ ਲੰਘ ਗਏ। 3 ਦਿਨ ਤੱਕ ਖਾਣਾ ਨਾ ਮਿਲਿਆ। ਉਹਦੀ ਪਤਨੀ ਵੀ ਸੀ, ਉਹਦਾ ਨਾਂ ਸੀ ਬਾਂਕਾ। ਰਾਂਕਾ ਪਤੀ, ਬਾਂਕਾ ਪਤਨੀ। ਚੌਥੇ ਦਿਨ ਵਰਖਾ ਰੁਕੀ, ਜੰਗਲ ਗਏ, ਲੱਕੜਾਂ ਵੱਢ ਕੇ ਪਰਤਦੇ ਸਨ। ਲੱਕੜ ਗਿੱਲੀ ਸੀ, ਵਿਕ ਵੀ ਨਹੀਂ ਸਕੇਗੀ। ਭੁੱਖੇ ਸਨ, ਥੱਕੇ ਸਨ। ਅਚਾਨਕ ਦੇਖਿਆ ਪਤੀ ਨੇ ਅੱਗੇ ਚੱਲ ਰਿਹਾ ਸੀ ਕਿ ਰਾਹ ਦੇ ਕੰਢੇ ਸੋਨ ਅਸ਼ਰਫੀਆਂ ਨਾਲ ਭਰੀ ਥੈਲੀ ਪਈ ਹੈ। ਕੁਝ ਅਸ਼ਰਫੀਆਂ ਹਨ, ਥੈਲੀ ਖੁੱਲ੍ਹ ਗਈ ਹੈ। ਤਿਆਗੀ ਆਦਮੀ ਸੀ, ਜਿਹਨੂੰ ਕਬੀਰ ਮੁਨੀ ਕਹਿਣਗੇ। ਸੋਚਿਆ ਕਿ ਇਹ ਮਿੱਟੀ ਇੱਥੇ ਕਿਉਂ ਪਈ ਹੈ, ਕਿਸੇ ਹੋਰ ਦਾ ਮਨ ਮੋਹ ਲਏ, ਤਾਂ ਉਹਨੇ ਉਹਨੂੰ ਟੋਏ 'ਚ ਸੁੱਟ ਕੇ ਉੱਪਰ ਮਿੱਟੀ ਪਾ ਦਿੱਤੀ। ਪਤਨੀ ਤਦ ਤੱਕ ਪਿੱਛੇ ਤੋਂ ਆ ਗਈ। ਉਹਨੇ ਪੁੱਛਿਆ ਕੀ ਕਰ ਰਹੇ ਹੋ? ਉਹਨੇ ਕਿਹਾ ਇੱਥੇ ਕੁਝ ਸੋਨਾ ਪਿਆ ਸੀ, ਸੋਨਾ ਤਾਂ ਮਿੱਟੀ ਹੈ, ਇਸ ਲਈ ਉਹਨੂੰ ਮੈਂ ਟੋਏ 'ਚ ਕੱਢ ਕੇ ਉੱਪਰ ਮਿੱਟੀ ਪਾ ਦਿੱਤੀ ਹੈ। ਟੋਏ ਵਿੱਚੋਂ ਕੱਢ ਕੇ ਉੱਪਰ ਮਿੱਟੀ ਪਾ ਦਿੱਤੀ ਹੈ। ਪਤਨੀ ਨੇ ਕਿਹਾ ਤੈਨੂੰ ਮਿੱਟੀ ਤੇ ਮਿੱਟੀ ਪਾਉਂਦਿਆਂ ਸ਼ਰਮ ਨਹੀਂ ਆਉਂਦੀ? ਮਿੱਟੀ ਹੈ ਤਾਂ ਫਿਰ ਮਿੱਟੀ ਉੱਪਰ ਮਿੱਟੀ ਕਾਹਦੇ ਖਾਤਰ ਪਾ ਰਿਹਾ? ਨਹੀਂ, ਜੋ ਕਹਿੰਦਾ ਸੋਨਾ ਮਿੱਟੀ ਹੈ ਉਹਨੂੰ ਅਜੇ ਮਿੱਟੀ ਨਹੀਂ ਹੋਇਆ, ਨਹੀਂ ਤਾਂ ਕਹਿਣ ਦੀ ਕੋਈ ਲੋੜ ਹੀ ਨਹੀਂ। ਤਿਆਗੀ ਭੋਗੀ ਦੋਵੇਂ ਇੱਕੋ ਹੀ ਥਾਂ ਬੱਧੇ ਹਨ, ਦਿਸ਼ਾਵਾਂ ਉਲਟੀਆਂ ਹਨ, ਨਜ਼ਰ ਇੱਕ ਪਾਸੇ, ਵਿਰੋਧ ਵਿੱਚ ਹੈ। ਤਿਆਗੀ ਉਸੇ ਦੇ ਜਿਹਦੇ ਪੱਖ 'ਚ ਭੋਗੀ ਹੈ, ਪਰ ਦੋਹਾਂ ਦੀ ਬੇਹੋਸ਼ੀ ਇੱਕੋ ਜਿਹੀ ਹੈ। ਤੁਸੀਂ ਖੱਬੇ ਪਾਸੇ ਪਾਸਾ ਲੈ ਕੇ ਸੌਂ ਰਹੇ ਹੋ, ਸੱਜੇ ਪਾਸੇ ਕਰਵਟ ਲੈ ਕੇ ਸੌਂ ਰਿਹਾ। ਫਰਕ ਨੀਂਦ 'ਚ ਨਹੀਂ ਪੈਂਦਾ। ਸੌਂ ਦੋਵੇਂ ਰਹੇ ਆ, ਸੁਪਨਾ ਦੇਖ ਰਹੇ ਆ, ਪਿੱਠ ਕੀਤੀ ਇੱਕ ਦੂਜੇ ਦੇ ਵੱਲ, ਦੋਵੇਂ ਸੌਂ ਰਹੇ ਆ। ਨੀਂਦ ਅਸਲੀ ਸਵਾਲ ਹੈ, ਦੋਹਾਂ ਦੇ ਦਰਮਿਆਨ 'ਚ ਮਨੁੱਖ ਹੈ। ਕਬੀਰ ਕਹਿੰਦੇ ਹਨ ਤਿਆਗੀ ਭੋਗੀ ਦੋਵੇਂ ਨਸ਼ਟ ਕਰ ਦਿੰਦੇ ਹਨ ਚਦਰੀਆ ਨੂੰ, ਤੇ ਦਰਮਿਆਨ ਵਿੱਚ ਜੋ ਮਨੁੱਖ ਹੈ ਉਹ ਖਿਚੜੀ ਜਿਹਾ ਹੈ। ਸਵੇਰੇ ਤਿਆਗੀ, ਦੁਪਹਿਰੇ ਭੋਗੀ, ਸ਼ਾਮੀ ਤਿਆਗੀ, ਰਾਤੀ ਭੋਗੀ। ਉਹ 24 ਘੰਟੇ 'ਚ ਕਈ ਵਾਰ ਬਦਲਦਾ ਹੈ। 24 ਘੰਟੇ ਵੀ ਦੇਰ ਦੀ ਗੱਲ ਹੋ ਗਈ। ਉਹਨਾਂ ਨੇ ਅਜੇ ਅਮਰੀਕਾ 'ਚ ਇੱਕ ਛੋਟੀ ਜਿਹੀ ਘੜੀ ਬਣਾਈ ਹੈ। ਘੜੀ ਵਿੱਚ ਡਾਇਲ ਤੇ ਨਿਕਸਨ ਦੀ ਫੋਟੋ ਬਣਾਈ ਹੈ। ਹਰ ਸਕਿੰਟ ਨਿਕਸਨ ਦੀ ਨਜ਼ਰ ਬਦਲਦੀ ਹੈ ਉਸ ਘੜੀ 'ਚ। ਮਜ਼ਾਕ ਹੈ, ਪਰ ਚੰਗੀ ਚੀਜ਼ ਬਣਾਈ ਹੈ। ਹਰ ਸਕਿੰਟ 'ਤੇ ਅੱਖ ਡੋਲਦੀ ਹੈ, ਪਰ ਉਹ ਸਭ ਬੰਦੇ ਦੀ ਤਸਵੀਰ ਹੈ। ਹਰ ਸਕਿੰਟ 'ਤੇ ਤੁਸੀਂ ਬਦਲਦੇ ਹੋ। ਭੁੱਖ ਲੱਗੀ, ਤੁਸੀਂ ਇੱਕਦਮ ਭੋਗੀ ਹੋ ਗਏ। ਪੇਟ ਭਰ ਲਿਆ, ਤੁਸੀਂ ਇੱਕਦਮ ਤਿਆਗੀ ਹੋ ਜਾਂਦੇ ਹੋ। ਸੰਭੋਗ ਕਰ ਲਿਆ, ਕਰਵਟ ਲੈ ਕੇ ਇੱਕਦਮ ਤਿਆਗੀ ਹੋ ਜਾਂਦੇ ਹੋ। ਬ੍ਰਹਮਚਰਜ ਦਾ ਵਿਚਾਰ ਕਰਨ ਲੱਗਦੇ ਹੋ, ਸੋਚਦੇ ਹੋ ਸਭ ਫਜ਼ੂਲ, ਕੀ ਰੱਖਿਆ ਇਸ ਸਭ ਵਿੱਚ? ਇਹ ਤੁਸੀਂ ਕਈ ਵਾਰ ਕਰ ਚੁੱਕੇ ਹੋ। ਸੰਭੋਗ ਤੋਂ ਪਿੱਛੋਂ ਵਿਖਾਦ ਨਾ ਆਵੇ ਅਜਿਹਾ ਆਦਮੀ ਲੱਭਣਾ ਔਖਾ ਹੈ। ਸੰਭੋਗ ਤੋਂ ਪਿੱਛੋਂ ਊਰਜਾ ਦਾ ਨਿਕਾਸ ਹੁੰਦਾ। ਤੁਸੀਂ ਥੱਕੇ ਹਾਰੇ ਕੁਝ ਪਾਉਂਦੇ ਨਹੀਂ। ਕਿੰਨਾ ਸੋਚਦੇ ਸੀ, ਕਿੰਨਾ ਸੁਪਨਾ ਬੰਨ੍ਹਦੇ ਸੀ, ਇਹ ਮਿਲੇਗਾ, ਉਹ ਮਿਲੇਗਾ, ਕੁਝ ਮਿਲਦਾ ਨਹੀਂ। ਵਿਖਾਦ ਨਾਲ ਭਰ ਜਾਂਦੇ ਹੋ। ਸੰਭੋਗ ਤੋਂ ਪਿੱਛੋਂ ਹਰ ਬੰਦਾ ਬ੍ਰਹਮਚਰਜ ਦਾ ਵਿਚਾਰ ਕਰਦਾ ਹੈ। ਕਿੰਨੀ ਦੇਰ? 24 ਘੰਟੇ। ਫਿਰ ਊਰਜਾ ਇਕੱਠੀ ਹੋਏਗੀ, ਭੋਜਨ ਤੋਂ, ਹਵਾ ਤੋਂ, ਮਿਹਨਤ ਤੋਂ, ਫਿਰ ਇਸਤਰੀ ਦਾ ਵਿਚਾਰ ਉੱਠੇਗਾ। ਤਾਂ ਤੁਸੀਂ ਬਿਲਕੁਲ ਭੁੱਲ ਜਾਓਗੇ ਕਿ 24 ਘੰਟੇ ਪਹਿਲਾਂ ਬ੍ਰਹਮਚਰਜ ਬੜਾ ਮਹੱਤਵਪੂਰਨ ਜਾਪਿਆ ਸੀ, ਹੁਣ ਇਸਤਰੀ ਮਹੱਤਵਪੂਰਨ ਜਾਪੇਗੀ। ਇਹ ਤਰਕੜਾ ਘੁੰਮਦਾ ਰਹਿੰਦਾ ਹਮੇਸ਼ਾ ਤੋਂ, ਤੇ ਤੁਸੀਂ ਅਨੇਕਾਂ ਵਾਰ ਦੋਵੇਂ ਕੰਮ ਕਰ ਚੁੱਕੇ ਹੋ। ਸੰਭੋਗ ਤੋਂ ਬਾਅਦ ਤੁਸੀਂ ਸੋਚਣ ਲੱਗਦੇ ਹੋ ਤਿਆਗ, ਫਿਰ ਭੁੱਖ ਜਾਗਦੀ ਹੈ, ਫਿਰ ਤੁਸੀਂ ਸੋਚਣ ਲੱਗਦੇ ਹੋ ਭੋਗ। ਦੋਹਾਂ ਦੇ ਦਰਮਿਆਨ 'ਚ ਤਿਆਗੀ ਤੇ ਭੋਗੀ ਅਤੀਆਂ ਹਨ। ਇਹਨਾਂ ਦੋਹਾਂ ਦੇ ਦਰਮਿਆਨ 'ਚ ਖੜੋਤਾ ਮਨੁੱਖ ਹੈ। ਮਨੁੱਖ ਬਿਲਕੁਲ ਖਿਚੜੀ ਹੈ, ਕਨਫਿਊਜ਼ਨ ਹੈ, ਦੋਹਾਂ ਦਾ ਸਮਾਂ ਵੰਡਿਆ ਹੋਇਆ। ਤੁਸੀਂ ਜੇਕਰ ਆਪਣਾ ਕੈਲੰਡਰ ਰੱਖੋ ਤਾਂ ਤੁਸੀਂ ਲਗਾਤਾਰ ਲਿਖ ਸਕਦੇ ਹੋ। ਸਵੇਰੇ ਤਿਆਗੀ, ਦੁਪਹਿਰੇ ਭੋਗੀ, ਫਿਰ ਤਿਆਗੀ, ਫਿਰ ਭੋਗੀ, ਫਿਰ ਮੰਦਰ ਚਲੇ ਗਏ, ਫਿਰ ਦੁਕਾਨ 'ਚ ਆ ਗਏ,
ਫਿਰ ਦੁਕਾਨ 'ਚ ਬੈਠੇ ਮੰਦਰ ਦੀ ਸੋਚਣ ਲੱਗੇ, ਫਿਰ ਮੰਦਰ 'ਚ ਬੈਠੇ ਦੁਕਾਨ ਦੀ ਸੋਚਣ ਲੱਗੇ। ਤੁਸੀਂ ਪਾਓਗੇ ਕਿ ਤੁਸੀਂ ਦੋਹਾਂ ਦਾ ਮਿਸ਼ਰਣ ਹੋ। ਜਦ ਦੋਵੇਂ ਸ਼ੁੱਧ ਤਿਆਗੀ ਤੇ ਭੋਗੀ ਨਸ਼ਟ ਕਰ ਦਿੰਦੇ ਹਨ ਤਾਂ ਤੁਸੀਂ ਤਾਂ ਦੋਹਰਾ ਨਸ਼ਟ ਕਰ ਦਿਓਗੇ। ਤਿਆਗੀ ਖੱਬੀ ਕਰਵਟ ਸੌਂ ਰਿਹਾ ਹੈ, ਭੋਗੀ ਸੱਜੀ ਕਰਵਟ ਸੌਂ ਰਿਹਾ ਹੈ। ਤੁਸੀਂ ਕਰਵਟਾਂ ਬਦਲ ਰਹੇ ਹੋ। ਤੁਸੀਂ ਚਾਦਰ ਨੂੰ ਬਿਲਕੁਲ ਹੀ ਨਸ਼ਟ ਕਰ ਦਿਓਗੇ। ਉਹ ਘੱਟੋ ਘੱਟ ਥਿਰ ਹਨ, ਆਪਣੀ ਆਪਣੀ ਦਿਸ਼ਾ 'ਚ ਲੱਗੇ ਹੋਏ ਹਨ। ਤੁਸੀਂ ਘੁੰਮ ਰਹੇ ਹੋ। ਤੁਹਾਡੀ ਉਤੇਜਿਤ ਹਾਲਤ ਇਸ ਸੂਖਮ ਜਿਹੀ ਚਾਦਰ ਨੂੰ ਬਿਲਕੁਲ ਹੀ ਨਸ਼ਟ ਕਰ ਦੇਵੇਗੀ। ਇਸ ਲਈ ਕਬੀਰ ਕਹਿੰਦੇ ਹਨ, ਸੋਈ ਚਾਦਰ ਸੁਰ ਨਰ ਮੁਨ ਓੜੀ, ਓੜੀ ਕੇ ਮੈਲੀ ਕੀਨੀ ਚਦਰੀਆ। ਦਾਸ ਕਬੀਰ ਜਤਨ ਸੇ ਓੜੀ, ਜਿਉਂ ਕੀ ਤਿਉਂ ਧਰ ਦੀਨੀ ਚਦਰੀਆ। ਪਰ ਦਾਸ ਕਬੀਰ ਨੇ ਬੜਾ ਸੰਭਾਲ ਕੇ ਓੜੀ, ਬੜੀ ਸੁਚੇਤ ਹੋ ਕੇ ਓੜੀ, ਬੜੇ ਯਤਨ ਨਾਲ, ਹੋਸ਼ ਨਾਲ ਓੜੀ, ਬੜੇ ਧਿਆਨ ਨਾਲ ਓੜੀ, ਅਤੇ ਜਿਉਂ ਕਿ ਤਿਉਂ ਧਰ ਦੀਨੀ ਚਦਰੀਆ। ਜਿਹੋ ਜਿਹੀ ਦਿੱਤੀ ਸੀ ਪਰਮਾਤਮਾ ਨੇ ਉਹੋ ਜਿਹੀ ਵਾਪਸ ਕਰ ਦਿੱਤੀ। ਇਹ ਮੋਕਸ਼ ਹੈ, ਇਹ ਮੁਕਤ ਦੀ ਅਵਸਥਾ ਹੈ। ਤੁਸੀਂ ਜੋ ਮਿਲਿਆ ਉਹਨੂੰ ਉਹੋ ਜਿਹਾ ਹੀ ਵਾਪਸ ਕਰ ਦਿਓ, ਬਿਨਾਂ ਖਰਾਬ ਕੀਤਿਆਂ ਹੋਇਆਂ। ਬੱਚਾ ਪੈਦਾ ਹੁੰਦਾ, ਸਾਫ਼ ਚਾਦਰ ਲੈ ਕੇ ਪੈਦਾ ਹੁੰਦਾ, ਸਾਰਾ ਸਵੱਛ ਨਿਰਦੋਸ਼। ਫਿਰ ਵਿਗਾੜ ਆਉਣਾ ਸ਼ੁਰੂ ਹੁੰਦਾ, ਇਕੱਠਾ ਹੋਣਾ ਸ਼ੁਰੂ ਹੁੰਦਾ। ਬੁੱਢਾ ਮਰਦਾ ਖੰਡਰ ਦੇ ਵਾਂਗ, ਸਭ ਬਰਬਾਦ, ਹੱਥ 'ਚ ਕੁਝ ਵੀ ਪ੍ਰਾਪਤ ਨਹੀਂ, ਜੋ ਕੋਲ ਸੀ ਉਹ ਵੀ ਗਵਾ ਕੇ। ਕਬੀਰ ਕਹਿੰਦੇ ਆ ਗਿਆਨੀ ਵੀ ਮਰਦਾ, ਪਰ ਗਿਆਨੀ ਉਹਨੂੰ ਬਚਾਈ ਰੱਖਦਾ ਜੋ ਮਿਲਿਆ ਸੀ। ਉਸ ਚਾਦਰ ਨੂੰ ਉਹੋ ਜਿਹੀ ਨਿਰਦੋਸ਼ ਰੱਖਦਾ। ਕਿਵੇਂ ਰੱਖੋਗੇ ਇਸ ਚਾਦਰ ਨੂੰ ਨਿਰਦੋਸ਼? ਕਬੀਰ ਗ੍ਰਸਤੀ ਹਨ, ਪਤਨੀ ਹੈ, ਬੱਚਾ ਹੈ, ਕਮਾਉਂਦੇ ਹਨ, ਘਰ ਲਿਆਉਂਦੇ ਹਨ, ਫਿਰ ਵੀ ਕਹਿੰਦੇ ਹਨ, ਦਾਸ ਕਬੀਰ ਜਤਨ ਸੇ ਓੜੀ। ਕੀ ਕਲਾ ਹੈ ਇਸ ਚਦਰੀਆ ਨੂੰ ਬਚਾ ਲੈਣ ਦੀ? ਕਲਾ ਹੈ ਹੋਸ਼, ਕਲਾ ਹੈ ਵਿਵੇਕ, ਕਲਾ ਹੈ ਜਾਗਰਤ ਚੇਤਨਾ। ਕਰੋ ਜੋ ਕਰ ਰਹੇ ਹੋ, ਜੋ ਕਰਨਾ ਪੈ ਰਿਹਾ ਹੈ, ਜੋ ਪ੍ਰਾਲਬੱਧ ਹੈ ਪੂਰੀ ਕਰੋ। ਭੱਜਣ ਨਾਲ ਕੋਈ ਮਤਲਬ ਨਹੀਂ, ਪਰ ਕਰਦੇ ਸਮੇਂ ਵੀ ਕਰਤਾ ਨਾ ਬਣੋ। ਮੰਦਰ ਜਾਓ, ਪ੍ਰਾਰਥਨਾ ਕਰੋ, ਕਰਤਾ ਨਾ ਬਣੋ। ਕਰਤਾ ਪਰਮਾਤਮਾ ਨੂੰ ਹੀ ਰਹਿਣ ਦਿਓ। ਤੁਸੀਂ ਕਾਹਤੋਂ ਝੰਜਟ 'ਚ ਪੈਂਦੇ ਹੋ? ਕਰਤਾ ਇੱਕ ਹੈ, ਉਹੀ ਸੰਭਾਲੇ, ਤੁਸੀਂ ਗਵਾਹ ਰਹੋ। ਤੁਸੀਂ ਜਿਵੇਂ ਐਕਟਰ ਹੋ, ਜਿਵੇਂ ਇੱਕ ਪਾਰਟ ਤੁਹਾਨੂੰ ਮਿਲਿਆ, ਇੱਕ ਰੋਲ ਡਰਾਮੇ ਦਾ ਇੱਕ ਹਿੱਸਾ, ਉਹ ਤੁਸੀਂ ਪੂਰਾ ਕਰ ਦੇਣਾ ਹੈ। ਜਿਵੇਂ ਤੁਸੀਂ ਰਾਮ ਬਣੇ ਰਾਮਲੀਲਾ 'ਚ, ਤਾਂ ਜ਼ਰੂਰੀ ਤੁਸੀਂ ਰੋਣਾ ਹੈ। ਸੀਤਾ ਚੋਰੀ ਹੋ ਜਾਏਗੀ, ਬਿਰਛ ਕੋਲੋਂ ਪੁੱਛਣਾ ਕਿੱਥੇ ਹੈ ਮੇਰੀ ਸੀਤਾ, ਚੀਕ ਪੁਕਾਰ ਮਚਾਉਣਾ, ਸਭ ਕੁਝ ਕਰਨਾ ਹੈ। ਪਰ ਅੰਦਰ ਨਾ ਤੁਹਾਡੀ ਸੀਤਾ ਗੁਆਚੀ ਹੈ, ਨਾ ਕੋਈ ਮਾਮਲਾ ਹੈ, ਐਕਟਿੰਗ ਹੈ। ਪਰਦੇ ਦੇ ਪਿੱਛੇ ਜਾ ਕੇ ਤੁਸੀਂ ਫਿਰ ਗੱਪਸ਼ਪ ਕਰੋਗੇ, ਚਾਹ ਪੀਓਗੇ, ਰਾਵਣ ਨਾਲ ਚਰਚਾ ਕਰੋਗੇ। ਪਰਦੇ ਦੇ ਪਿੱਛੇ, ਪਰਦੇ ਦੇ ਬਾਹਰ ਤੀਰ ਕਮਾਨ ਲੈ ਕੇ ਖੜੇ ਹੋ ਜਾਓਗੇ। ਜ਼ਿੰਦਗੀ ਇੱਕ ਲੀਲਾ, ਜੇਕਰ ਤੁਸੀਂ ਯਤਨ ਨਾਲ ਚੱਲ ਸਕੋ ਤਾਂ ਜ਼ਿੰਦਗੀ ਇੱਕ ਐਕਟਿੰਗ ਹੈ। ਮੇਰੇ ਇੱਕ ਦੋਸਤ ਹਨ, ਮਨੋਵਿਗਿਆਨ ਦੇ ਪ੍ਰੋਫੈਸਰ ਹਨ। ਉਹਨਾਂ ਦੇ ਘਰ 'ਚ ਮੈਂ ਮਹਿਮਾਨ ਸੀ। ਉਹਨਾਂ ਦਾ ਲੜਕਾ ਇੱਕੋ ਲੜਕਾ ਹੈ, ਨਵਾਂ ਵਿਆਹ ਸੀ। ਉਹ ਖਾਣਾ ਨਹੀਂ ਖਾ ਰਿਹਾ ਸੀ ਤਾਂ ਪਤਨੀ ਬੜੀ ਪਰੇਸ਼ਾਨ ਸੀ। ਘੂਰਿਆ, ਝਿੜਕਿਆ, ਫੁਸਲਾਇਆ, ਸਾਰੇ ਉਪਾਅ ਕੀਤੇ, ਪਰ ਉਹ ਨਹੀਂ ਕਰਦਾ ਰਿਹਾ। ਪਤੀ ਨੇ ਕਿਹਾ, ਠਹਿਰ, ਥੋੜ੍ਹਾ ਮਨੋਵਿਗਿਆਨ ਦਾ ਉਪਯੋਗ ਕਰਨਾ ਚਾਹੀਦਾ ਹੈ। ਮਨੋਵਿਗਿਆਨ ਦੇ ਪ੍ਰੋਫੈਸਰ ਹਨ, ਨਵੇਂ ਪਤੀ, ਨਵੇਂ ਪਿਤਾ। ਮੈਂ ਵੀ ਦੇਖਣ ਲੱਗਿਆ ਕਿ ਕੀ ਮਨੋਵਿਗਿਆਨ ਵਰਤਦੇ ਆ। ਉਹਨਾਂ ਨੇ ਲੜਕੇ ਨੂੰ ਕਿਹਾ, ਦੇਖ, ਆਪਣਾ ਕੋਟ ਪਾ ਲੈ, ਟੋਪ ਲਾ ਲੈ, ਛਿੱਟੀ ਹੱਥ ਫੜ ਲੈ, ਬਾਹਰ ਜਾ, ਸਮਝ ਕਿ ਤੂੰ ਸਾਡਾ ਮਹਿਮਾਨ ਹੈ, ਪ੍ਰਾਹੁਣਾ। ਲੜਕਾ ਬੜਾ ਖੁਸ਼ ਹੋਇਆ। ਬੱਚੇ ਹਮੇਸ਼ਾ ਐਕਟਿੰਗ 'ਚ ਰਸ ਲੈਂਦੇ ਆ, ਉਹੀ ਉਹਨਾਂ ਦੀ ਨਿਰਦੋਸ਼ਤਾ ਹੈ। ਬੁੱਢਾ ਹੁੰਦਾ ਤਾਂ ਕਹਿੰਦਾ ਵੀ ਕੀ ਐਕਟਿੰਗ ਕਰਨੀ ਹੈ, ਕੀ ਮਤਲਬ ਇਸ ਤੋਂ, ਕੀ ਸਾਰ। ਪਰ ਬੱਚਾ ਬੜਾ ਖੁਸ਼ ਹੋਇਆ। ਛੇਤੀ ਨਾਲ ਉਹਨੇ ਕੋਟ ਪਹਿਨਿਆ, ਟੋਪ ਲਾਇਆ, ਛਿੱਟੀ ਹੱਥ 'ਚ ਫੜੀ, ਬੜੀ ਤੇਜ਼ੀ ਨਾਲ ਬਾਹਰ ਗਿਆ। ਪਿਤਾ ਨੇ ਕਿਹਾ, ਹੁਣ ਬਾਹਰ ਤੋਂ ਆ ਕੇ ਘੰਟੀ ਵਜਾਈ, ਅਸੀਂ ਦਰਵਾਜ਼ਾ ਖੋਲ੍ਹਾਂਗੇ, ਮਹਿਮਾਨ ਦਾ ਤੂੰ ਪਾਰਟ ਅਦਾ ਕਰਨਾ। ਲੜਕਾ ਗਿਆ। ਥੋੜ੍ਹੀ ਦੇਰ ਬਾਅਦ ਉਹਦੇ ਛੋਟੇ ਬੂਟਾਂ ਦੀ ਆਵਾਜ਼ ਪੌੜੀਆਂ ਤੋਂ ਸੁਣਾਈ ਪਈ। ਆ ਕੇ ਉਹਨੇ ਘੰਟੀ ਦੱਬੀ, ਦਰਵਾਜ਼ਾ ਖੋਲ੍ਹਿਆ, ਉਹਦਾ ਸਵਾਗਤ ਕੀਤਾ ਗਿਆ। ਪਿਤਾ ਨੇ ਕਿਹਾ, ਆਓ, ਤੁਸੀਂ ਸਾਡੇ ਮਹਿਮਾਨ ਹੋ, ਠੀਕ ਸਮੇਂ 'ਤੇ ਆ ਗਏ, ਭੋਜਨ ਤਿਆਰ ਹੈ, ਚਲੋ। ਲੜਕਾ ਗਿਆ। ਡਾਇਨਿੰਗ ਟੇਬਲ ਦੇ ਕੋਲ ਅਸੀਂ ਸਾਰੇ ਪਹੁੰਚੇ। ਲੜਕੇ ਨੇ ਇੱਕ ਕੁਰਸੀ 'ਤੇ ਆਪਣਾ ਟੋਪ, ਆਪਣੀ ਛਿੱਟੀ ਰੱਖੀ। ਪਿਤਾ ਨੇ ਕਿਹਾ ਕਿ ਜੋ ਵੀ ਰੁੱਖਾ ਸੁੱਖਾ ਹੈ, ਮਹਿਮਾਨ ਹੋ ਤੁਸੀਂ, ਸਵੀਕਾਰ ਕਰੋ। ਲੜਕੇ ਨੇ ਕਿਹਾ, ਮਾਫ਼ ਕਰੋ, ਮੈਂ ਭੋਜਨ ਕਰਕੇ ਹੀ ਆਇਆ। ਜਦੋਂ ਐਕਟਿੰਗ ਹੀ ਸੀ ਤਾਂ ਪੂਰੀ ਉਹਨੇ ਕੀਤੀ। ਜ਼ਿੰਦਗੀ ਇੱਕ ਐਕਟਿੰਗ ਹੈ। ਇਸ ਤੋਂ ਵੱਧ ਉਹਨੂੰ ਸਮਝਿਆ ਕਿ ਭਟਕੇ, ਮਨ 'ਚ ਵੱਡਾ ਹੈ, ਮੰਨਿਆ, ਬਹੁਤ ਪਾਤਰ ਹਨ, ਮੰਨਿਆ, ਪਰ ਜ਼ਿੰਦਗੀ ਐਕਟਿੰਗ ਹੈ। ਅਤੇ ਤੁਸੀਂ ਕਰਤਾ ਨਾ ਬਣਨਾ। ਇੰਨਾ ਜੇਕਰ ਯਤਨ ਰੱਖ ਲਿਆ ਤਾਂ ਤੁਸੀਂ ਵੀ ਕਹਿ ਸਕੋਗੇ, ਦਾਸ ਕਬੀਰ ਜਤਨ ਸੇ ਓੜੀ, ਜਿਉਂ ਕੀ ਤਿਉਂ ਧਰ ਦੀਨੀ ਚਦਰੀਆ। ਧੰਨਵਾਦ।